ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਖਬਰ ਤੇ ਨਜ਼ਰ। ਅੱਜ 11 ਅਕਤੂਬਰ ਦਿਨ ਹੈਗਾ ਜੀ, ਸੋਮਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ ਮਿੰਟੂ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਜੈਂਡਰ ਮੌਰਗੇਜ ਅਤੇ ਰੀਅਲ estate, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਰੀਅਲ estate ਦੇ ਕੰਮ ਦੇ ਲਈ ਕਾਲ ਮੋਹਨ ਚੀਮਾ 5599052575। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 4159090503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨੇ ਮਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਤੁਹਾਨੂੰ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। ਲਾਲ ਡੋਰੇ ਅੰਦਰਲੇ ਘਰਾਂ ਲਈ ਮੇਰਾ ਘਰ ਮੇਰਾ ਨਾਮ ਸਕੀਮ ਦਾ ਐਲਾਨ। ਹਾਂਜੀ, ਦੇਖੋ ਅੱਜ ਕੈਬਨਿਟ ਦੀ ਮੀਟਿੰਗ ਸੀਗੀ ਪੰਜਾਬ ਸਰਕਾਰ ਦੀ। ਤਾਂ ਕੈਬਨਿਟ ਮੀਟਿੰਗ ਦੀ ਇੱਕ ਖਾਸ ਗੱਲ, ਵਿਸ਼ੇਸ਼ ਗੱਲ ਜਿਹੜੀ ਸੀਗੀ ਉਹ ਇਹ ਸੀਗੀ ਕਿ ਬੀਬੀ ਰਜ਼ੀਆ ਸੁਲਤਾਨਾ, ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਚੰਦ ਘੰਟਿਆਂ ਬਾਅਦ ਹੀ ਅਸਤੀਫਾ ਦੇ ਦਿੱਤਾ ਸੀ, ਉਹ ਵਾਪਸ ਆ ਗਏ ਕੈਬਨਿਟ ਮੀਟਿੰਗ। ਤਾਂ ਉਹਨਾਂ ਨੇ ਕੱਲ ਹੀ ਵੈਸੇ ਸੰਕੇਤ ਦੇ ਦਿੱਤਾ ਸੀਗਾ ਕਿ ਹੁਣ ਦੇਖੋ ਜੀ ਮਸਲਾ ਸਾਊਟ ਹੋ ਗਿਆ ਤੇ ਜਿਹੜੇ ਸਾਡੇ ਕੰਸਰਨ ਸੀਗੇ, ਮੁੱਦੇ ਸੀਗੇ, ਉਹਦੇ ਤੇ ਭਰੋਸਾ ਦੇ ਦਿੱਤਾ CM ਸਾਹਿਬ ਨੇ ਕਿ ਕੰਮ ਹੋ ਗਿਆ। ਦੇਖ ਲਓ ਭਾਈ, ਤੁਸੀਂ ਆਪਣੇ ਪੱਧਰ ਤੇ ਆਪ ਹੀ ਫੈਸਲਾ ਕਰ ਲਓ ਕਿ ਕਿਸ ਤਰ੍ਹਾਂ ਦੇ ਸਟੈਂਡ ਨੇ। ਅੱਜ ਕੱਲ੍ਹ ਅਸਤੀਫੇ ਕਾਹਦਾ, ਲਤੀਫੇ ਹੀ ਹੋ ਗਏ। ਤਾਂ ਬਹਰਹਾਲ ਰਜ਼ੀਆ ਸੁਲਤਾਨਾ ਜੀ ਦੀ ਹਾਜ਼ਰੀ ਜਿਹੜੀ ਹੈ ਉਹ ਅੱਜ ਇੱਕ ਰੌਚਕ ਵਿਸ਼ਾ ਰਹੀ। ਔਰ ਦੂਜੀ ਗੱਲ ਇਹ ਆ ਕਿ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਬਾਅਦ ਦੇ ਵਿੱਚ, CM ਸਾਹਿਬ ਨੇ, ਇਹਨਾਂ ਦੇ ਸਾਥੀਆਂ ਨੇ, ਤਾਂ ਉਹਦੇ ਵਿੱਚ ਇਹਨਾਂ ਨੇ ਇਹ ਚੀਜ਼ਾਂ ਜਣਾਈਆਂ ਨੇ। ਤਾਂ ਇੱਕ ਤਾਂ ਮੇਰਾ ਘਰ ਮੇਰੇ ਨਾਮ, ਇਹ ਕਿਸ ਤਰ੍ਹਾਂ ਦੀ ਸਕੀਮ ਆ, ਜਿੱਦਾਂ ਆਪਣੇ ਬਜ਼ੁਰਗਾਂ ਨੂੰ ਕੁਛ ਜ਼ਿਆਦਾ ਜਾਣਕਾਰੀ ਹੁੰਦੀ ਹੈ ਜਾਂ ਆਪਣੀ ਪੀੜ੍ਹੀ ਜਿਹੜੀ ਹੈ ਸਮਕਾਲੀ, ਉਹ ਥੋੜੀ ਘੱਟ ਜਾਂਦੀ ਹੈ। ਤੇ ਗਾਂ ਤੇ ਬਿਲਕੁਲ ਸ਼ਾਇਦ ਨਾ ਹੀ ਰਵੇ ਇਹ ਚੀਜ਼ਾਂ, ਕਿਉਂਕਿ ਬਦਲਣ ਵਾਲੀਆਂ ਨੇ। ਲਾਲ ਡੋਰਾ ਜ਼ਮੀਨ, ਲਾਲ ਡੋਰੇ ਦੇ ਅੰਦਰ ਵਾਲੀ, ਮਤਲਬ ਕਿ ਜਿਹੜੀ ਆਪਣੇ ਪਿੰਡਾਂ ਦੀ ਜੋ ਵੀ ਬਣਤਰ ਹੈ ਪੰਜਾਬ ਦੇ ਵਿੱਚ ਜੇ ਦੇਖੀਏ ਤਾਂ ਲਾਲ ਡੋਰੇ ਵਾਲੀ ਜ਼ਮੀਨ ਜਿਹੜੀ ਆ ਉਹਦੀ ਪੱਕੀ ਰਜਿਸਟਰੀ ਨਹੀਂ ਹੁੰਦੀ। ਕਹਿਣ ਦਾ ਮਤਲਬ ਜੇ ਉਹਨੂੰ ਪੰਜਾਬੀ ਦੇ ਵਿੱਚ ਸਮਝਣਾ ਹੋਵੇ ਤਾਂ, ਤੇ ਹੋਰ ਵੀ ਵੇਖਣਾ ਹੋਵੇ ਤਾਂ ਜਿਵੇਂ ਆਪਣੇ ਦੇਖਦੇ ਹੀ ਆ ਲੋਨ ਵਗੈਰਾ ਹੋ ਜਾਂਦੇ ਨੇ ਨਾ ਘਰਾਂ ਤੇ, ਹਾਊਸ ਲੋਨ ਵਗੈਰਾ, ਇਹ ਜਿਹੜੀ ਫੈਸਿਲਿਟੀ ਵੀ ਨਹੀਂ ਮਿਲਦੀ ਉਹਦੇ ਤੇ। ਤਾਂ ਇਹਨਾਂ ਨੇ ਐਕਟ ਦੇ ਵਿੱਚ ਤਬਦੀਲੀ ਕਰਕੇ ਮਤਲਬ ਕਿ ਉਹਨੂੰ ਬਣਾ ਦਿੱਤਾ ਮੇਰਾ ਘਰ ਮੇਰੇ ਨਾਮ। ਮਤਲਬ ਲਾਲ ਡੋਰੇ ਵਾਲੀ ਉਹ ਜਿਹੜੀ ਜ਼ਮੀਨ ਆ ਉਹਦੀ ਹੁਣ ਮਾਲਕੀਅਤ ਉਹਨਾਂ ਕੋਲ ਪਹੁੰਚ ਜਾਏਗੀ, ਜਿਨ੍ਹਾਂ ਲੋਕਾਂ ਦੇ ਥੱਲੇ ਜ਼ਮੀਨ ਆ ਜਾਂ ਚੱਲ ਜਗ੍ਹਾ ਆ। ਅੱਛਾ, ਹੁਣ ਦੂਜੀ ਚੀਜ਼ ਜਿਹੜੀ ਇਹਨਾਂ ਨੇ ਅੱਜ ਕਹੀ ਆ ਉਹ NRI ਭੈਣ ਭਰਾਵਾਂ ਵਾਸਤੇ ਆ। ਉਹ ਤੁਸੀਂ ਸੁਣ ਲਓ ਭਾਈ। ਉਹਨਾਂ ਨੇ ਕਿਹਾ ਕਿ ਜਾਇਦਾਦ ਲਈ ਜਿਹੜੀ ਮਤਲਬ ਕਿ ਤੁਹਾਡੀ ਪ੍ਰਾਪਰਟੀ, ਇਹ ਬਹੁਤ ਤੁਹਾਡੇ ਨਾਲ ਜੁੜਿਆ ਮਸਲਾ ਹੈ। ਤਾਂ ਮੈਂ ਕਹਿ ਰਿਹਾ ਕਿ ਤੁਸੀਂ ਦੇਖ ਲਿਓ ਇਹਦਾ ਕੀ ਅਸਰ ਨਿਕਲਦਾ ਹੈ। NRI ਭੈਣ ਭਰਾਵਾਂ ਵਾਸਤੇ ਇਹਨਾਂ ਨੇ ਆਖਿਆ ਕਿ ਅਸੀਂ ਇੱਕ ਜਾਇਦਾਦਾਂ ਵਾਸਤੇ ਇੱਕ ਹਿਫਾਜ਼ਤੀ ਕਾਨੂੰਨ ਲੈ ਕੇ ਆਵਾਂਗੇ, ਮਤਲਬ ਕਿ ਜੋ ਪ੍ਰਾਪਰਟੀ NRI ਦੀ ਉਹ ਸੁਰੱਖਿਅਤ ਰਹੇ। ਤੇ ਜਿਹੜੇ ਵੀ ਉਹ ਕਹਿੰਦੇ ਆ ਕਿ NRI ਭਰਾਵਾਂ ਦਾ ਕੋਈ ਕਲੇਮ ਬਾਕੀ ਆ ਤੇ ਉਹ 15 ਦਿਨ ਦੇ ਅੰਦਰ ਅੰਦਰ ਅਪਲਾਈ ਕਰਕੇ ਇਸਦਾ ਨਵੇੜਾ ਕਰਵਾ ਸਕਣ। ਤੋ ਇਹ ਇਹਨਾਂ ਦਾ ਦੂਸਰਾ ਅੱਜ ਦਾ ਜੇ ਕਹੀਏ ਤਾਂ ਵੱਡਾ ਫੈਸਲਾ ਸੀਗਾ। ਹੁਣ ਆਪਾਂ ਦੇਖਾਂਗੇ ਨਾ ਕਿ ਕੀ ਤਬਦੀਲੀ ਕਰਦੇ ਆ, ਕਿਸ ਤਰ੍ਹਾਂ ਦਾ ਕੋਈ ਲਾਅ ਜਿਹੜਾ ਅਮੈਂਡ ਕਰਦੇ ਆ, ਉਹਦੇ 'ਚ ਕੀ ਬਣਾਉਂਦੇ ਆ, ਉਹ ਥੋੜਾ ਆਪਾਂ ਨੂੰ ਇੰਤਜ਼ਾਰ ਕਰਨਾ ਪਵੇਗਾ। ਪਰ ਇੱਕ ਵੱਡਾ ਐਲਾਨ ਜਿਹੜਾ NRI ਭਾਈਚਾਰੇ ਦੇ ਲਈ ਇਹਨਾਂ ਨੇ ਕਰ ਦਿੱਤਾ। ਉਹ ਤੁਹਾਨੂੰ ਪਤਾ ਹੀ ਹੈ, ਵੋਟਾਂ ਦੇ ਜਿਹੜੇ ਹਮੇਸ਼ਾ
ਕਿਹਾ ਜਾਂਦਾ NRIs ਵਾਸਤੇ ਕਿ ਕਰਾਂਗੇ ਉਹ ਕਰਾਂਗੇ, ਪਰ ਮੈਂ ਤੁਹਾਨੂੰ ਦਿਲਚਸਪ ਗੱਲ ਦੱਸਾਂ ਤਾਂ ਹੂੰ ਹੂੰ NRIs ਦੀਆਂ ਇਲੈਕਸ਼ਨਸ ਹੋਈਆਂ ਸੀ ਮੇਰੇ ਖਿਆਲ ਦੇ ਨਾਲ 2 ਸਾਲ ਹੋ ਗਏ ਉਹਦੇ ਸ਼ਾਇਦ, ਜੀ ਤੁਸੀਂ ਮਾੜਾ ਜਿਹਾ ਚੈੱਕ ਕਰਿਓ। ਅੱਜ ਤੱਕ ਉਹ ਜਿਹੜੇ ਪ੍ਰਧਾਨ ਸਾਹਿਬ ਸੀਗੇ ਉਹ ਤੇ ਮੇਰੇ ਖਿਆਲ ਦੇ ਨਾਲ ਵਾਪਸ US ਆ ਗਏ ਸਨ, ਤੇ ਉਦੋਂ ਬਾਅਦ ਇੱਥੇ ਪ੍ਰਧਾਨਗੀ ਚੱਲ ਰਹੀ ਹੈ, ਇਹ ਮੈਂ ਗਲਤ ਨਹੀਂ, ਥੋੜਾ ਸਮਾਂ ਉਹਨਾਂ ਨੇ ਬਤਾਇਆ। ਇਸ ਤੋਂ ਇਲਾਵਾ ਜਿਹੜਾ ਉੱਥੇ ਭਵਨ ਬਣ ਰਿਹਾ ਹੈ ਇਹਨਾਂ ਦਾ, ਉਹ ਕੰਪਲੀਟ ਨਹੀਂ ਹੋਇਆ। ਜਲੰਧਰੀਆਂ ਨੂੰ ਖਾਸ ਤੌਰ ਤੇ ਪਤਾ ਹੋਏਗਾ, ਜਲੰਧਰ ਦੇ ਵਿੱਚ ਬਣ ਰਿਹਾ ਸੀ। ਸੋ ਇਹ ਚੀਜ਼ਾਂ ਨੇ NRI ਕਮਿਸ਼ਨ ਜਾਂ ਇਸ ਤਰ੍ਹਾਂ ਦੀ ਜੋ ਹੋਰ ਇਹਨਾਂ ਨੇ ਬਣਾ ਰੱਖੇ ਆ, ਬੋਰਡ ਬਣਾ ਰੱਖਿਆ NRI ਭਲਾਈ ਬੋਰਡ, NRIs ਵਾਸਤੇ ਥਾਣੇ ਬਣਾਏ ਆ, ਇਹ ਸਾਰੀਆਂ ਚੀਜ਼ਾਂ ਦਰੁਸਤ ਕਰਨ ਦੀ ਜ਼ਰੂਰਤ ਹੈ। ਚਲੋ ਪ੍ਰਾਪਰਟੀ ਦਾ ਮਸਲਾ ਤੇ ਹੈ, ਬਹੁਤ ਵੱਡਾ ਮਸਲਾ ਹੈ। NRIs ਨੂੰ ਕਿਸੇ ਇਹੋ ਜਿਹੇ ਝਮੇਲੇ 'ਚ ਫਸਣਾ ਜਾਂ ਕਹਿ ਲਓ ਫਸਾਉਣਾ ਜਿਹੜਾ ਉਹ ਕਦੇ ਚਾਹੀਦਾ ਹੀ ਨਹੀਂ ਹੈ। ਤਾਂ ਦੇਖਦੇ ਹਾਂ ਅੱਗੇ, ਆਪਾਂ ਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ ਕਿ ਕਿਸ ਤਰ੍ਹਾਂ ਦਾ ਖਾਕਾ ਉਲੀਕਦੇ ਆ। ਬਾਕੀ ਇਹਨਾਂ ਨੇ ਇੱਕ ਚੀਜ਼ ਹੋਰ ਸਾਫ਼ ਕਰ ਦਿੱਤੀ ਆ ਕਿ ਬਿਜਲੀ ਜਿਹੜੀ ਹੈ, ਵੈਸੇ ਬਿਜਲੀ ਤਾਂ 24 ਘੰਟੇ ਸਾਡੇ ਇੱਥੇ ਫ੍ਰੀ ਆ, ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਜੀ ਤੇ ਬਿਜਲੀ ਹੁਣ ਵੀ ਫ੍ਰੀ ਆ, ਮਤਲਬ ਕਿ ਫ੍ਰੀ ਇਹ ਆ ਕਿ ਗਈ ਆ, ਇਹਨੂੰ ਅਸੀਂ ਹੁਣ ਫ੍ਰੀ ਕਹਿਣ ਲੱਗੇ ਆ ਕਿ ਬਿਜਲੀ ਫ੍ਰੀ ਹੋ ਗਈ ਆ। ਤੇ ਇਹ ਹੁਣ ਬਸ ਸਾਨੂੰ ਮੁੱਲ ਦੀ ਬਿਜਲੀ ਬੜੇ ਸੌਖੇ ਹੋ ਗਏ ਆ, ਅਸੀਂ US ਕੈਨੇਡਾ ਦੇ ਮੁਕਾਬਲੇ ਬਹੁਤ ਅਸੀਂ ਸੁੱਖਾਂ 'ਚ ਪੈ ਗਏ ਆ, ਕਿਉਂਕਿ ਸਾਨੂੰ ਸਿਰਫ 4 ਘੰਟੇ ਹੀ ਕਾਸਟ ਪੈਂਦੀ ਹੈ ਤਕਰੀਬਨ, ਲੱਗਦਾ 5-10 ਘੰਟੇ ਕਿਤੇ ਕਰਮ ਵਾਲੇ ਨੂੰ ਪੈ ਜਾਂਦੀ ਹੋਣੀ, ਬਾਕੀ ਫ੍ਰੀ ਆ ਬਿਜਲੀ, ਆਉਂਦੀ ਹੋਈ ਹੈ। ਆ ਸਾਡਾ ਹਾਲ ਹੈ, ਕਿਤੇ ਕੋਲਾ ਮੁੱਕ ਗਿਆ, ਕਿਤੇ ਕੁਛ ਹੋ ਗਿਆ, ਅੱਜ ਉਹ ਸਾਰਾ ਕੁਛ ਚੱਲੀ ਜਾਂਦਾ ਹੈ। ਇਹ ਇੱਕ ਇਹਨਾਂ ਨੇ ਵੱਡਾ ਐਲਾਨ ਕੀਤਾ ਵਾ ਕਿ ਜਿਹੜੀ 2 ਕਿਲੋਵਾਟ ਤੱਕ ਦੀ ਬਕਾਇਆ ਰਾਸ਼ੀ ਹੈ, ਮਤਲਬ ਮੈਂ ਥੋੜਾ ਸਰਲ ਕਰ ਦੇਵਾਂ, ਜਿਵੇਂ ਆਪਣੇ ਘਰਾਂ ਦੇ ਵਿੱਚ ਲੋਡ ਹੁੰਦੇ ਆ ਤੇ 2 ਕਿਲੋਵਾਟ ਤੱਕ ਜਿਹਦਾ ਵੀ ਲੋਡ ਆ, ਤਾਂ ਉਹਨੂੰ ਇਹਨਾਂ ਨੇ ਕਿਹਾ ਕਿ ਚਾਹੇ ਉਹ ਕਿੰਨੀਆਂ ਵੀ ਯੂਨਿਟਾਂ ਹੋਣ, ਚਾਹੇ ਉਹ ਕੋਈ ਵੀ ਵਰਗ ਹੋਵੇ, ਕੋਈ ਚੱਕਰ ਨਹੀਂ, ਕੋਈ ਦਿੱਕਤ ਨਹੀਂ, ਉਹਦਾ ਸਾਰਾ ਬਕਾਇਆ ਜਿਹੜਾ ਉਹ ਅਸੀਂ ਮਾਫ ਕਰਾਂਗੇ। ਤਾਂ 52 ਲੱਖ ਖਪਤਕਾਰਾਂ ਨੂੰ ਇਹਨਾਂ ਨੇ ਮੁਫਤ ਬਿਜਲੀ ਦਾ ਜਿਹੜਾ ਇਹ ਗੈਸ ਫਾਇਦਾ ਦੇਵਾਂਗੇ। ਸੋ ਆਹ 3-4 ਮੁੱਖ ਗੱਲਾਂ ਨੇ ਇਸ ਕੈਬਨਿਟ ਮੀਟਿੰਗ ਦੀਆਂ। ਬਾਕੀ ਮੈਂ ਜਿਵੇਂ ਕਿਹਾ ਕਿ NRI ਬਾਰੇ ਜਿਹੜਾ ਇਹ ਕਾਨੂੰਨ ਲਿਆਉਣ ਜਾ ਰਿਹਾ, ਉਹਦੇ ਵਾਸਤੇ ਆਪਾਂ ਨੂੰ ਇੰਤਜ਼ਾਰ ਕਰਨਾ ਪਏਗਾ ਕਿ ਅਮੈਂਡਮੈਂਟ ਆਉਂਦੀ ਆ, ਕਿ ਕੋਈ ਨਵਾਂ ਕੁਛ ਕਾਨੂੰਨ ਬਣਾਉਂਦੇ ਨੇ। ਇਹ ਸਾਰੀਆਂ ਚੀਜ਼ਾਂ ਆਪਾਂ ਵਕਤ ਤੋਂ ਪਹਿਲਾਂ ਜੇ ਕਰਾਂਗੇ ਤੇ ਮੇਰੇ ਖਿਆਲ ਦੇ ਨਾਲ ਸਹੀ ਨਹੀਂ ਹੋਏਗਾ, ਵਾਜਬ ਨਹੀਂ। ਜੀ ਸੋ ਜਿਹੜੇ 15 ਦਿਨ ਦੇ ਵਾਲਾ ਜਿਹੜਾ ਮਿਲਣਾ ਹੈ ਉਹ ਕਾਨੂੰਨ ਤੋਂ ਬਾਅਦ ਦੇ ਵਿੱਚ ਹੀ ਹੋਣਾ ਹੈ, ਜਿਹੜਾ ਵੀ ਉਹਦੇ ਵਿੱਚ ਜਿਹੜਾ ਅਪਲਾਈ ਕਰਨਾ ਹੈ, ਕਿ ਉਹ ਆਲਰੇਡੀ ਉਹਨਾਂ ਨੇ ਕਰਤਾ ਹੈ ਕੁਛ? ਨਹੀਂ, ਉਹ ਕਹਿੰਦੇ ਆ ਕਿ ਇਹਦਾ ਇੱਥੇ ਨਿਬੇੜਾ ਕਰਵਾ ਸਕਣਗੇ, ਮਤਲਬ ਕਿ ਸ਼ਾਇਦ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਕੋਈ ਕਲੇਮ ਬਾਕੀ ਹੋਏਗਾ, ਮਤਲਬ ਕਿ ਕਿਸੇ ਦਾ ਕੋਈ ਹੋਏਗਾ, ਹੁਣ ਕਿਸੇ ਕਿਸਮ ਦਾ ਵੀ ਉਹਦਾ ਕਿਉਂਕਿ ਵਿਆਖਿਆ ਨਹੀਂ ਹੁੰਦੀ, ਜਦੋਂ ਵਿਆਖਿਆ ਹੋਏਗੀ ਇਸ ਚੀਜ਼ ਦੀ ਫਿਰ ਪਤਾ ਲੱਗੇਗਾ। ਤਾਂ ਉਹ ਕਹਿੰਦੇ 15 ਦਿਨਾਂ ਦੇ ਅੰਦਰ ਅਪਲਾਈ ਕਰਕੇ ਤਾਂ ਨਿਬੇੜਾ ਕਰਵਾ ਸਕਣਗੇ। ਮੇਰੇ ਖਿਆਲ ਨਾਲ ਇਹ ਕਹਿਣਾ ਚਾਹੁੰਦੇ ਨੇ ਕਿ ਜਿਹੜਾ ਵੀ ਕੋਈ ਕਲੇਮ ਹੋਏਗਾ ਉਹਦਾ ਨਿਬੇੜਾ 15 ਦਿਨ ਦੇ ਅੰਦਰ ਕਰ ਦਿੱਤਾ ਜਾਵੇ। ਚਲੋ ਸੋ ਠੀਕ ਹੈ, ਇਹ ਨਾ ਹੋਵੇ ਵੀ 15 ਦਿਨ ਦੇ ਚੱਕਰ ਦੇ ਵਿੱਚ ਹੋਰ ਹੀ ਵਾਧੂ ਦਾ ਰੌਲਾ ਰੱਪਾ ਹੋਰ ਪੈ ਜਾਵੇ। 15 ਦਿਨ ਚ ਕਿਤੇ 5-10 ਹਫ਼ਤੇ ਨਾ ਲੱਗ ਜਾਣ, 15 ਦਿਨ ਚ ਹਫ਼ਤੇ ਵੀ ਕਈ ਵਾਰ ਲੰਘ ਜਾਂਦੇ ਆ। ਜੀ ਜੀ ਜੀ। ਪੱਛਮੀ ਬੰਗਾਲ ਵਿੱਚੋਂ ਵਿਕਟ ਆਇਆ ਝੋਨਾ ਫੜਿਆ। ਹਾਂਜੀ ਦੇਖੋ, ਇਹ ਇੱਕ ਬੜੀ ਹੈਰਾਨ ਕਰਨ ਵਾਲੀ ਗੱਲ ਆ ਕਿ ਸਾਡੇ ਇੱਥੇ ਜੇ ਤੁਸੀਂ ਦੇਖੋ ਕਿ 150 ਟੀਮ ਬਣੀ ਹੋਈ ਆ ਤੇ 1500 ਮੁਲਾਜ਼ਮ ਜਿਹੜੇ ਨੇ ਉਹ ਹਿਫਾਜ਼ਤ ਕਰ ਰਹੇ ਨੇ, ਪਹਿਰੇਦਾਰੀ ਕਰ ਰਹੇ ਨੇ ਕਿ ਕੋਈ ਸਾਡੀਆਂ ਮੰਡੀਆਂ 'ਚ ਆ ਕੇ ਝੋਨਾ ਨਾ ਸੁੱਟ ਜਾਵੇ। ਮਤਲਬ ਕਿ ਲੋਕ ਕਹਿੰਦੇ ਆ ਕਿ ਰਿਜ਼ਕ ਵੱਧ ਤੋਂ ਵੱਧ ਹੋਵੇ। ਅਸੀਂ ਇਹੋ ਜਿਹੀ ਕਹਿ ਲਓ ਕਿ ਧਰਤੀ ਦੇ ਜਾਏ ਆ, ਜੰਮੇ ਆ ਕਿ ਜਿੱਥੇ ਰਿਜ਼ਕ ਦੀ ਬਹੁਤਾਤ ਆ, ਕਿ ਢੇਰੀ ਰਿਜ਼ਕ ਦੇ ਵਿੱਚ ਕੋਈ ਹੋਰ ਨਾ ਆ ਕੇ ਸੁੱਟ ਜਾਵੇ। ਮਤਲਬ ਕਿ ਬਚਾਉਣ ਵਾਸਤੇ ਅਸੀਂ 1500 ਪੁਲਸੀਆ ਜਿਹੜਾ ਉਹ ਆਪਣੀਆਂ ਹੱਦਾਂ ਤੇ ਖਿਲਾਰ ਰੱਖਿਆ। ਹੱਦਾਂ ਕਿਹੜੀਆਂ ਨੇ? ਹਰਿਆਣਾ, ਰਾਜਸਥਾਨ, ਕਿਉਂਕਿ ਹਿਮਾਚਲ ਵਾਲੀ ਸਾਈਡ ਤੋਂ ਤਾਂ ਨਹੀਂ ਨਾ ਆਏਗਾ ਝੋਨਾ, ਸਾਨੂੰ ਉੱਥੋਂ ਕੋਈ ਨਹੀਂ ਹੈ, ਪਾਕਿਸਤਾਨ 'ਚੋਂ ਵੀ ਨਹੀਂ ਆਏਗਾ, ਚਾਈਨਾ ਵਾਲੇ ਵੀ ਨਹੀਂ ਸੁੱਟਣਗੇ, ਤਾਂ ਇੱਧਰੋਂ ਹੀ ਝੋਨਾ ਜਿਹੜਾ ਆਉਂਦਾ। ਤਾਂ ਐਤਕੀ ਆਪਾਂ ਵੇਖਿਆ ਹੀ ਸੀਗਾ, ਗੱਲ ਕੀਤੀ ਹੋਈ ਆ ਤਫਸੀਲ ਪੂਰਵਕ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਐਤਕੀ ਜਿਹੜਾ ਹੈ ਉਹ ਪਹਿਲਾਂ ਹੀ ਰੱਖ ਦਿੱਤਾ ਟੀਚਾ ਕਿ ਐਡਾ ਤੁਹਾਡਾ ਝੋਨਾ ਹੈ ਜਿਹੜਾ ਉਹ ਅਸੀਂ ਖਰੀਦਾਂਗੇ, ਤਾਂ ਉਤੋਂ ਐਕਸਟਰਾ ਜਿਹੜਾ ਆਏਗਾ ਉਹਨੂੰ ਫਿਰ ਵਾਫਰ ਗਿਣਿਆ ਜਾਏਗਾ, ਮਤਲਬ ਕਿ ਵਧੇਰੇ ਗਿਣਿਆ ਜਾਏਗਾ। ਹੋ ਸਕਦਾ ਖੁੱਲੀ ਮੰਡੀ ਜਾਵੇ ਤੇ ਆਪਣਾ ਪੰਜਾਬ ਦਾ ਜਿਹੜਾ ਝੋਨਾ ਹੈ ਉਹ ਰਹਿ ਜਾਵੇ। ਉਹ ਚਲੋ
ਬਾਅਦ ਦੀਆਂ ਗੱਲਾਂ ਨੇ। ਹਾਲ ਦੀ ਘੜੀ ਤੇ ਜੇ ਵੇਖੀਏ ਇਹ ਮੁੱਦਾ ਹੈ ਜਿਹੜਾ ਉਹ ਕਾਫੀ ਗੰਭੀਰ ਆ ਕਿ ਬੰਗਾਲ ਦੇ ਵਿੱਚੋਂ ਚੋਣ ਆਇਆ ਹੈ। ਤਾਂ ਇਹ ਮੇਰੇ ਖਿਆਲ ਦੇ ਨਾਲ ਸੰਗਰੂਰ ਪੁਲਿਸ ਨੇ ਫੜਿਆ ਵਾ ਟਰਾਲਾ ਜਿਹੜਾ ਆਇਆ 375 ਕੁਆਂਟਲ ਇਹਦੇ ਵਿੱਚ ਕਣਕ ਸੀ ਕੀਤਾ। ਤੁਸੀਂ ਦੇਖ ਲਓ ਕਿ ਬੰਗਾਲ ਤੋਂ ਇਹ ਤੁਰਿਆ ਹੋਏਗਾ। ਬੰਗਾਲੋਂ ਕਿੱਥੇ ਤਕਰੀਬਨ ਲਾ ਲਓ ਕਿ 2-2.5 ਹਜ਼ਾਰ ਕਿਲੋਮੀਟਰ ਤੇ ਹੋਏਗਾ ਨਾ, ਜੀ ਜੀ ਉੱਥੋਂ ਭਰ ਕੇ ਲਿਆਂਦਾ ਜੀ ਹੈ। ਤੇ ਬੋਗਸ ਬਿਲਿੰਗ ਵਗੈਰਾ ਜਿਹੜੀ ਹੈ ਉਹ ਸਾਰੀ ਇਸ ਤਰ੍ਹਾਂ ਕਰ ਦਿੱਤੀ ਜਾਂਦੀ ਹੈ। ਫਿਰ ਜਿੰਨੇ ਵੀ ਕੀਤਾ ਚਲੋ ਮੈਨੂੰ ਨਹੀਂ ਪਤਾ ਕੋਈ ਵਪਾਰੀ ਹੈ, ਕੋਈ ਰਸੂਖਦਾਰ ਆ ਜਾਂ ਕੋਈ ਉੱਥੋਂ ਦਾ ਕਿਸਾਨ ਆ। ਕਿਸਾਨ ਤੇ ਖੁੱਲੀ ਮੰਡੀ 'ਚ ਇਸ ਤਰ੍ਹਾਂ ਇੰਨੀ ਦੂਰ ਨਹੀਂ ਲਿਆਏਗਾ, ਇਹ ਤਾਂ ਸਾਫ਼ ਹੈ। ਵਪਾਰੀ ਹੋ ਸਕਦਾ ਜਾਂ ਕੋਈ ਰਸੂਖਦਾਰ ਹੋ ਸਕਦਾ। ਪਰ ਇਹ ਖਬਰ ਜਿਹੜੀ ਹੈ ਨਾ ਉਹ ਹਰੇਕ ਕਿਸਾਨ ਨੂੰ ਕੱਟ ਕੇ ਆਪਦੀ ਜੇਬ 'ਚ ਪਾ ਲੈਣੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਅੰਨਾ ਭਗਤ ਜਿਹੜਾ ਹੈ ਉਹ ਢੁੱਡ ਮਾਰਨ ਨੂੰ ਪਵੇ ਤੇ ਉਹਨੂੰ ਇਹ ਵਿਖਾ ਦਿਓ, ਉਹ ਰੁਕ ਜਾਏਗਾ। ਮਤਲਬ ਕਿ ਦੇਖੋ ਤੁਸੀਂ ਮੈਂ ਅੱਗੇ ਵੀ ਗੱਲ ਕਹੀ ਹੈ ਕਿ ਬੜਾ ਸਿੰਪਲ ਜਿਹਾ ਤਰਕ ਹੈ, ਬਹੁਤ ਸਿੰਪਲ ਜਿਹਾ ਤਰਕ ਆ ਕਿ ਜੇ ਖੁੱਲੀ ਹੁਣ ਇੰਡੀਆ ਸਾਰੀ ਖੁੱਲੀ ਮੰਡੀ ਹੈ ਨਾ ਜੀ, ਇਹ ਕਾਨੂੰਨ ਜਿਹੜੇ ਲਾਗੂ ਹਾਲੇ ਨਹੀਂ ਹੋਏ, ਹੋਲਡ ਤੇ ਨੇ, ਸੁਪਰੀਮ ਕੋਰਟ ਨੇ ਉਹ ਹੋਲਡ ਤੇ ਕੀਤੇ ਹੋਏ ਆ। ਬਟ ਜੇ ਉਹ ਲਾਗੂ ਵੀ ਹੋ ਜਾਣ, ਫਰਜ਼ ਕਰੋ ਖੁੱਲੀ ਮੰਡੀ ਵਾਲੇ ਜੇ ਆਪਾਂ ਲਾਗੂ ਖੁੱਲੀ ਮੰਡੀ ਵਾਸਤੇ ਇਹ ਕਹਿੰਦੇ ਨੇ ਖੁੱਲੀ ਹੋਣੀ ਚਾਹੀਦੀ, ਓਪਨ ਮਾਰਕੀਟ ਹੋਣੀ ਚਾਹੀਦੀ ਹੈ, ਇੱਕ ਮਾਰਕੀਟ ਹੋਣੀ ਚਾਹੀਦੀ ਹੈ। ਤਾਂ ਵੈਸੇ ਵੀ ਜੇ ਤੁਸੀਂ ਪੰਜਾਬ ਤੇ ਹਰਿਆਣੇ ਨੂੰ ਛੱਡ ਦਿਓਗੇ, ਵੈਸਟਰਨ ਯੂਪੀ ਦੇ ਹਿੱਸੇ ਨੂੰ ਛੱਡ ਦਿਓਗੇ, ਤਾਂ ਫਿਰ ਉੱਥੇ ਤਾਂ ਤੁਸੀਂ ਦੇਖੋਗੇ ਕਿ ਖੁੱਲੀ ਮੰਡੀ ਹੈ। ਤਾਂ ਸਾਰੀ ਖੁੱਲੀ ਮੰਡੀ ਟੱਪ ਕੇ ਬੰਗਾਲ ਤੋਂ ਚੱਲ ਕੇ ਕਿੱਥੇ ਰਿਹਾ ਪੰਜਾਬ ਦੇ ਵਿੱਚ। ਮਤਲਬ ਕਿ ਜਿਹੜਾ ਤੁਹਾਡਾ ਮਾਡਲ ਆ, ਜਿਹੜਾ ਮਾਡਲ ਤੁਸੀਂ ਢੰਡੋਰਾ ਪਿੱਟ ਕੇ ਕਹਿ ਰਹੇ ਹੋ ਕਿ ਬੜਾ ਕਾਰਗਰ ਸਾਬਤ ਹੋਏਗਾ, ਕਿਸਾਨਾਂ ਦੀ ਭਲਾਈ ਕਰੇਗਾ, ਤਾਂ ਉਸ ਮਾਡਲ ਦੇ ਵਿੱਚੋਂ ਨਿਕਲ ਕੇ ਫਸਲ ਹਜ਼ਾਰਾਂ ਕਿਲੋਮੀਟਰ ਦੂਰ ਆ ਰਹੀ ਹੈ ਬਲੈਕ ਦੇ ਵਿੱਚ। ਇਹਨੂੰ ਬਲੈਕ ਸੀ ਕਹਾਂਗੇ, 2 ਨੰਬਰ ਸੀ ਕਹਾਂਗੇ। ਤੋ ਇਹ ਚੀਜ਼ ਆ ਕਿ ਮਾਡਲ ਕਿਹੜਾ ਵਧੀਆ, ਤੁਸੀਂ ਆਪ ਦੇਖ ਲਓ। ਕਿਸਾਨਾਂ ਨੂੰ ਬੈਨੀਫਿਸ਼ਰੀ ਕਿਹੜਾ ਹੈ ਜੇ ਆਪਾਂ ਦੇਖੀਏ ਤਾਂ ਉਹ ਕਿਹੜਾ ਲੱਗਦਾ ਹੈ ਉਹਨਾਂ ਲਈ ਤਾਂ ਇਹੀ ਬੈਨੀਫਿਟ ਦੇਣ ਵਾਲਾ ਹੋਏਗਾ ਕਿ ਜਿਹੜਾ ਮੰਡੀ ਦੇ ਵਿੱਚ ਕੋਈ ਤੁਹਾਡਾ ਦਾਣਾ ਵੀ ਚਲੇ ਗਿਆ ਉਹ ਖਰੀਦਿਆ ਜਾਵੇ ਤੇ ਇੱਕ ਨਿਸ਼ਚਿਤ ਮਿਤੀ ਦੇ ਵਿੱਚ, ਤਰੀਕ ਦੇ ਵਿੱਚ ਤੁਹਾਡੀ ਪੇਮੈਂਟ ਜਿਹੜੀ ਆ ਤੁਹਾਡੇ ਖਾਤੇ 'ਚ ਆ ਜਾਵੇ। ਵਧੀਆ ਕੰਮ ਆ। ਪਰ ਉਹਨੂੰ ਅੱਗੇ ਵਧਾਉਣ ਦੀ ਥਾਂ ਤੇ ਹੋਰ ਥਾਂ ਲਾਗੂ ਕਰਾਉਣ ਦੀ ਥਾਂ ਤੇ ਕਰ ਕੀ ਰਹੇ ਆ ਕਿ ਉਸ ਮਾਡਲ ਨੂੰ ਖਤਮ ਕਰਕੇ ਉਹ ਮਾਡਲ, ਜਿਹਦੀ ਮਿਸਾਲ ਮੈਂ ਤੁਹਾਨੂੰ ਦੇ ਦਿੱਤੀ ਹੈ ਕਿ ਜਿਹੜਾ ਖੁਦ ਇੱਥੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਇਹ ਸੌਂਦਾ ਬਣ ਕੇ ਤੇ ਸੁੰਘਦਾ ਫਿਰਦਾ ਆ ਕਿ ਕਿਤੇ ਉਹ ਰਾਹ ਮਿਲ ਜਾਵੇ ਤੇ ਮੈਂ ਇੱਥੋਂ ਵੇਚ ਲਵਾਂ। ਸੋ ਇਸ ਮਾਡਲ ਦੀ ਸੱਚਾਈ ਹਕੀਕਤ ਹੀ ਹੋ। ਜੀ ਜੀ ਜੀ, ਰਾਵਤ ਦੀ ਥਾਂ ਚੌਧਰੀ ਹੋ ਸਕਦੇ ਨੇ ਪੰਜਾਬ ਕਾਂਗਰਸ ਦੇ ਇੰਚਾਰਜ। ਪਰ ਰਹੂਗਾ ਤਾਂ ਹਰੀਸ਼ ਹੀ, ਕਿਉਂਕਿ ਉਹਦਾ ਨਾਮ ਵੀ ਹਰੀਸ਼ ਹੀ ਹੈ। ਹਰੀਸ਼ ਰਾਵਤ ਜਾਣਗੇ ਤਾਂ ਚੌਧਰੀ ਆਉਣਗੇ, ਹਰੀਸ਼ ਦੋਨੋਂ ਹੀ ਆ। ਦੇਖੋ ਗੱਲ ਕੀ ਆ ਕਿ ਉੱਤਰਾਖੰਡ ਦੇ ਵਿੱਚ ਤੇ ਇਲੈਕਸ਼ਨ ਹੈ ਆਪਣੇ ਨਾਂ ਦੀ, ਸਭ ਨੂੰ ਪਤਾ ਹੀ ਹੈ ਨਾ। ਤਾਂ ਉੱਤਰਾਖੰਡ ਦੇ ਵਿੱਚ ਹਰੀਸ਼ ਰਾਵਤ ਦੀ ਕੰਪੇਨ ਜਿਹੜੀ ਆ ਉਹ ਸਟਾਰਟ ਹੋ ਚੁੱਕੀ ਆ। ਅੱਜ ਵੀ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਯਸ਼ਪਾਲ ਆਰਿਆ ਜਿਹੜਾ ਕਿ ਬਹੁਤ ਚੋਟੀ ਦਾ ਲੀਡਰ ਹੈ ਭਾਜਪਾ ਦਾ, ਉਹ ਲੈ ਆਂਦਾ ਨਾ, ਪੱਟ ਕੇ ਲੈ ਆਂਦਾ ਇਹਨਾਂ ਨੇ। 4 ਵਾਰ ਦਾ ਵਿਧਾਇਕ ਆ, 2 ਵਾਰੀ ਮੇਰੇ ਖਿਆਲ ਦੇ ਨਾਲ ਯੂਪੀ 'ਚੋਂ ਜਿੱਤਿਆ ਸੀ, ਫਿਰ ਉੱਤਰਾਖੰਡ ਅਲੱਗ ਹੋ ਗਿਆ, 2 ਵਾਰੀ ਉੱਥੋਂ ਜਿੱਤਿਆ, ਨਾਲ ਮੁੰਡਾ ਵੀ ਆ ਗਿਆ। ਸੋ ਇਸ ਕਰਕੇ ਉੱਤਰਾਖੰਡ ਦੇ ਵਿੱਚ ਤੇ ਹਰੀਸ਼ ਰਾਵਤ ਰੁੱਝੇ ਦੇ ਰਹਿਣ ਦਾ ਕੰਮ ਚੱਲ ਪਿਆ ਵਾ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤੇ ਇੱਥੇ ਤੇ ਕੋਈ ਵੇਲ ਨਹੀਂ ਨਾ ਮਿਲਣੀ, ਇੱਥੇ ਤੇ ਲੜਾਈ ਝਗੜੇ ਰਹਿਣੇ ਹੀ ਰਹਿਣੇ ਆ। ਕਾਂਗਰਸ ਦੇ ਨਿਬੇੜਨ ਵਾਸਤੇ ਇੱਕ ਬੰਦਾ ਤੇ ਕੋਲ ਚਾਹੀਦਾ ਹੀ ਚਾਹੀਦਾ। ਤਾਂ ਇਹ ਚੌਧਰੀ ਸਾਹਿਬ ਜਿਹੜੇ ਰਾਜਸਥਾਨ ਤੋਂ ਨੇ, ਗਵਾਂਢੀ ਸੂਬੇ ਤੋਂ ਨੇ, ਉਹ ਇੱਥੇ ਬੈਠੇ ਆ, ਉਹ ਪਹਿਲਾਂ ਹੀ ਬੈਠੇ ਆ, ਨਜ਼ਾਰੇ ਲੈ ਰਹੇ ਨੇ ਚੰਡੀਗੜ੍ਹ। ਉਹਨਾਂ ਨੂੰ ਪਤਾ ਕਿ ਜਿੰਨਾ ਜ਼ਿਆਦਾ ਲੜਨਗੇ ਉਨੀ ਜ਼ਿਆਦਾ ਇਹ ਸਾਡੀ ਨਿਗਰਾਨਾਂ ਦੀ ਆ। ਚਲੋ ਹਰੀਸ਼ ਚੌਧਰੀ ਜਿਹੜੇ ਆ ਉਹਨਾਂ ਬਾਰੇ ਦੱਸਿਆ ਜਾ ਰਿਹਾ, ਅਖਬਾਰਾਂ ਦੱਸ ਰਹੀਆਂ ਨੇ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੰਜਾਬ ਮਾਮਲਿਆਂ ਦੇ ਇੰਚਾਰਜ ਬਣ ਜਾਣਗੇ। ਵੈਸੇ ਅੱਜ ਉੱਤਰਾਖੰਡ ਦੇ ਜਿਹੜੇ ਹਰੀਸ਼ ਰਾਵਤ ਆ, ਸਾਬਕਾ ਮੁੱਖ ਮੰਤਰੀ ਵੀ ਉੱਥੋਂ ਦੇ, ਤਾਂ ਉਹਨਾਂ ਨੇ ਇੱਕ ਗੱਲ ਕਹੀ ਆ, ਕਹਿੰਦੇ ਕਿ ਅਮਰਿੰਦਰ ਸਿੰਘ ਵਾਸਤੇ ਦਰਵਾਜ਼ੇ ਬੰਦ ਨਹੀਂ ਹੋਏ। ਮਤਲਬ ਕਿ ਦਰਵਾਜ਼ੇ ਖੁੱਲੇ ਨੇ, ਆ ਸਕਦੇ ਆ। ਉਹਨਾਂ ਨੂੰ ਚਾਹੀਦਾ ਕਿ ਉਹ ਬੀਬੀ ਸੋਨੀਆ ਗਾਂਧੀ ਦੇ ਨਾਲ ਗੱਲਬਾਤ ਕਰ ਲੈਣ। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਕਹਿ ਦਿੱਤੀ ਹਰੀਸ਼ ਰਾਵਤ ਨੇ, ਮੇਰਾ ਖਿਆਲ ਹੈ ਜਾਂਦੇ ਜਾਂਦੇ
ਉਹ ਬਾਜ਼ ਨਹੀਂ ਆਏ। ਨਵਜੋਤ ਸਿੰਘ ਸਿੱਧੂ ਦੇ ਨਾਲ ਉਹਨਾਂ ਦੀ ਖਾਸ ਉਹ ਮੁਹੱਬਤ ਜਿਹੜੀ ਆ ਉਹ ਵਿਖਾਈ ਦਿੰਦੀ ਹੁੰਦੀ ਗੱਲਾਂ ਬਾਤਾਂ ਦੇ ਵਿੱਚ। ਤਾਂ ਉਹਨਾਂ ਨੇ ਕਿਹਾ ਕਿ ਕੁਝ ਲੋਕ ਸੀਐਮ ਤੇ ਸਿੱਧੂ ਦੇ ਦਰਮਿਆਨ ਦੂਰੀਆਂ ਵਧਾ ਰਹੇ ਨੇ, ਮਤਲਬ ਕਿ ਤਰੇੜਾਂ ਪਾ ਰਹੇ ਨੇ ਦੋਹਾਂ ਦੇ ਰਿਸ਼ਤੇ। ਜੀ ਹੁਣ ਦੇਖੋ, ਕੋਈ ਤੁਹਾਡੇ ਮੇਰੇ ਵਰਗਾ ਥੋੜੀ ਕੁਝ ਜਾ ਸਕਦਾ ਉਹਨਾਂ ਦੇ ਨੇੜੇ। ਸਾਨੂੰ ਕੀ ਪਤਾ ਸਾਡੀ ਜਾਣੇ ਬਲਾ ਕੀ ਕਰਦੇ ਫਿਰਦੇ ਨੇ ਤੇ ਸਾਨੂੰ ਉਹਦਾ ਕੀ ਫਾਇਦਾ। ਮਤਲਬ ਕਿ ਗੱਲ ਉਹ ਆਪਣਿਆਂ ਤੇ ਹੀ ਲਾ ਰਹੇ ਆ, ਆਪਣਿਆਂ ਤੇ ਹੀ ਲਾ ਰਹੇ ਆ। ਜੇ ਇਸ ਗੱਲ ਦਾ ਆਪਾਂ ਸਿੱਧਾ ਕਰੀਏ, ਕਿਸੇ ਨਾ ਕਿਸੇ ਪੱਖ ਤੋਂ ਸ਼ਾਇਦ ਕੋਈ ਕਹਾਣੀ ਸੁਣ ਕੇ ਇਸ ਤਰ੍ਹਾਂ ਦੀ ਗੱਲ ਕਰ ਰਹੇ ਆ। ਔਰ ਇਹ ਵੈਸੇ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਦੀ ਪਰਦਾਫੋਸ਼ੀ ਕਰ ਰਹੇ ਚੱਲਣੀ ਨਹੀਂ ਹੈ, ਕਿਉਂਕਿ ਨਵਜੋਤ ਸਿੱਧੂ ਨੇ ਜਿਸ ਤਰ੍ਹਾਂ ਦੀ ਗੱਲਬਾਤ ਕੀਤੀ ਜਿਹੜੀ ਰਿਕਾਰਡ ਹੋ ਗਈ, ਜਿਸ ਤਰ੍ਹਾਂ ਦੀ ਚੰਨੀ ਬਾਰੇ ਸ਼ਬਦਾਵਲੀ ਵਰਤੀ, ਸੀਐਮ ਬਾਰੇ ਸ਼ਬਦਾਵਲੀ ਵਰਤੀ, ਉਹ ਸਭ ਨੇ ਦੇਖਿਆ ਵਾ। ਤਾਂ ਉਹ ਫਿਰ ਗੱਲ ਜਿਹੜੀ ਹੈ ਨਾ ਉਹ ਲਾਗ ਲਪੇਟ ਜਿਹਾ ਕਰ ਗਿਆ ਕਿ ਨਹੀਂ 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 ਬਸ ਇੱਦਾਂ ਆ ਕਿ ਦੂਰੀਆਂ ਪੈ ਰਹੀਆਂ। ਪਰ ਉਹਨਾਂ ਨੂੰ ਖੁੱਲ ਕੇ ਬੋਲਣਾ ਚਾਹੀਦਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਇੱਕ ਆਗੂ ਜ਼ਰੂਰ ਆ, ਉਹ ਕੋਈ ਤਾਨਾਸ਼ਾਹ ਨਹੀਂ ਹੈ, ਕੋਈ ਉਹ ਇਹ ਨਹੀਂ ਹੈ ਕਿ ਸਰਵੋਪਰੀ ਹੈ, ਸਾਰਿਆਂ ਤੋਂ ਉੱਤੇ ਆ ਕਿ ਹਰੇਕ ਬੰਦੇ ਨੂੰ ਸਹੀ ਹੈ ਕਿ ਮੇਰੀ ਇੱਜ਼ਤ ਹੋਵੇ, ਚਲੋ ਠੀਕ ਆ। ਪਰ ਉਹਨੂੰ ਕਿਸੇ ਨਾ ਕਿਸੇ ਪੱਖ ਤੋਂ ਕੋਈ ਸਤਿਕਾਰ ਕਰਨਾ ਤੇ ਸਿਖਾਉਣਾ, ਉਹਦਾ ਹਰੇਕ ਨਾਲ ਹੀ ਟਕੜਿੱਕਾ ਹੀ ਹੁੰਦਾ। ਔਰ ਜਿਹੜੀ ਉਹ ਸ਼ਬਦਾਵਲੀ ਸੀ ਉਹ ਠੀਕ ਨਹੀਂ ਹੈ। तो सिद्धू साहब का बचा हरीश रावत हुण तक करते आए आ, पर जे चौधरी की गल करिए तो उहदे नाल भी दसदे कि नवजोत सिंह सिद्धू ने गाड़ी पा लई। ਇਹੋ ਜਿਹਾ ਨਾ ਗਾਡੀ ਪਾਉਣ ਦੇ ਵਿੱਚ ਤਾਂ ਕਾਫੀ ਤੇਜ਼ ਆ ਸਿੱਧੂ, ਇਹ ਚੀਜ਼ ਤਾਂ ਪੱਕੀ ਆ। ਅਗਲੀ ਗੱਲ ਕਰਦੇ ਜਾਈਏ, ਗੁਰਦੁਆਰੇ ਵਿੱਚੋਂ ਕੱਢਣ ਤੇ ਦਰਜ ਹੋਇਆ ਕੇਸ। ਹਾਂਜੀ देखो, ये 5 मेरे ख्याल दे नाल पछातियां ते होया, 10-15 अणपछातियां ते होया। ये चक्कर की सीगा कि ਤੁਹਾਨੂੰ ਪਤਾ ਹੀ ਹੈ ਐਲਨਾਬਾਦ ਦੇ ਵਿੱਚ ਜ਼ਿਮਨੀ ਚੋਣ ਹੋਣ ਡਈ ਆ, ਬੜਾ ਉੱਥੇ ਜਲੂਸ ਨਿਕਲ ਰਿਹਾ ਕੁਛ ਲੀਡਰਾਂ ਦਾ, ਬਹੁਤ ਵੱਡੇ ਪੱਧਰ ਤੇ ਕਿਸਾਨ ਜਿਹੜੇ ਆ ਧਿਰ ਬਣ ਕੇ ਉਹ ਹਰਾਉਣ ਨੂੰ ਫਿਰਦੇ ਆ ਭਾਜਪਾ ਨੂੰ। ਸਾਰਾ ਤੁਸੀਂ ਐਪੀਸੋਡ ਆਉਣ ਵਾਲੇ ਦਿਨਾਂ 'ਚ ਦੇਖ ਲਓਗੇ। ਬਹੁਤ ਵੈਸੇ ਉੱਥੇ ਜ਼ੋਰ ਲੱਗਿਆ ਪਿਆ। ਕਿਸਾਨ ਇੱਕ ਪਾਸੇ ਠੀਕ ਆ, ਉਹ ਆਫੀਸ਼ੀਅਲੀ ਤੇ ਇਲੈਕਸ਼ਨ ਨਹੀਂ ਲੜ ਰਹੇ, ਪਰ ਅਨਆਫੀਸ਼ੀਅਲੀ ਉਹ ਹਰਾਉਣ ਲਈ ਇਲੈਕਸ਼ਨ ਇੱਕ ਤਰ੍ਹਾਂ ਦਾ ਲੜ ਹੀ ਰਹੇ ਆ। ਤਾਂ ਇਸੇ ਹੀ ਜੇ ਆਪਾਂ ਸਿਲਸਿਲੇ 'ਚ ਵੇਖੀਏ ਤਾਂ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉੱਥੇ ਦਾ ਮੰਡਲ ਇੰਚਾਰਜ ਸੀਗਾ, ਉਹ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਸੀਗਾ ਤੇ ਉੱਥੇ ਫਿਰ ਕੁਛ ਜਿਹੜੇ ਸੀਗੇ ਕਿਸਾਨ ਆਗੂ, ਉਹਨਾਂ ਨੇ ਉਹਨੂੰ ਉੱਥੋਂ ਭਜਾ ਦਿੱਤਾ। ਮਤਲਬ ਕਿ ਧੱਕਾ ਮੁੱਕੀ ਕੀਤੀ, ਦੱਸਦੇ ਆ ਕਥਿਤ ਤੌਰ ਤੇ। ਮੈਂ ਵੀਡੀਓ ਦੇਖੀ ਤਾਂ ਹੈ ਨਹੀਂ, ਪਰ ਉਹਦੇ 'ਚ ਨਜ਼ਰ ਆਉਂਦਾ ਰੌਲਾ ਰੱਪਾ ਕਾਫੀ ਪੈ ਰਿਹਾ। ਦੋਸ਼ ਇਹ ਹੋਇਆ ਕਿ ਉਹਦੇ ਨਾਲ ਬਦਸਲੂਕੀ ਕਰਕੇ, ਧੱਕਾ ਮੁੱਕੀ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢ ਦਿੱਤਾ ਗਿਆ, ਜਦਕਿ ਉਹ ਮੱਥਾ ਟੇਕਣ ਆ ਰਿਹਾ ਸੀ, ਕਿਉਂਕਿ ਉਹ ਖੁਦ ਜਸਵੀਰ ਸਿੰਘ ਚਾਲ ਜਿਹੜਾ ਸਿੱਖ ਹੈ। ਅੱਛਾ, ਇਹਦੇ ਤੇ ਗੁਰਨਾਮ ਸਿੰਘ ਝੜੂਨੀ ਨੇ ਵੀ ਅੱਜ ਰਿਐਕਸ਼ਨ ਦਿੱਤਾ। ਉਹ ਵੀ ਡਬਲ ਹੀ ਆਇਆ ਸੀਗਾ। ਉਸ ਤੋਂ ਬਾਅਦ ਜਦੋਂ ਜਾ ਰਿਹਾ ਸੀਗਾ ਤਾਂ ਉਹਨੇ ਆਖਿਆ ਕਿ ਜਿਸ ਤਰ੍ਹਾਂ ਹੋਇਆ ਤੇ ਕੋਈ ਨਹੀਂ, ਅਸੀਂ ਗਾਹ ਤੋਂ ਵੜ ਜਾਵਾਂਗੇ, ਇੱਦਾਂ ਨਹੀਂ ਹੋਣਾ ਚਾਹੀਦਾ, ਵੀ ਇਹਨਾਂ ਚੀਜ਼ਾਂ ਦਾ ਸੁਧਾਰ ਕਰੋ। ਮਤਲਬ ਕਿ ਦੇਖੋ, ਇਹ ਤਾਂ ਕੁੱਲ ਮਿਲਾ ਕੇ ਹੁਣ ਹੈ ਤੇ ਗੱਲ ਗਲਤ ਆ ਨਾ। ਜੇ ਵਿਰੋਧ ਦੀ ਗੱਲ ਕਰੀਏ ਠੀਕ ਆ, ਉਹ ਤੇ ਕਿਸਾਨਾਂ ਦੇ ਨਾਲ ਵੀ ਗਲਤ ਰਿਹਾ। ਆਪਾਂ ਕਦੇ ਉਹਨੂੰ ਇਹ ਨਹੀਂ ਜਸਟੀਫਾਈਡ ਕਰ ਸਕਦੇ ਕਿ ਬਹੁਤ ਸਹੀ ਕੀਤਾ ਜਾ ਰਿਹਾ ਉਹਨਾਂ ਦੇ ਨਾਲ, ਉਹਨਾਂ ਦਾ ਗੁੱਸਾ ਜਾਇਜ਼ ਆ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਜੋ ਧਾਰਮਿਕ ਰਹੁ ਰੀਤਾਂ ਨੇ, ਪਰੰਪਰਾਵਾਂ ਨੇ ਸਾਡੀਆਂ, ਉਹਨਾਂ ਨੂੰ ਕਿਤੇ ਨਾ ਕਿਤੇ ਸਪੇਸ ਅਲੱਗ ਤੋਂ ਤੁਹਾਨੂੰ ਦੇਣਾ ਪਵੇਗਾ। ਜਿਹੜਾ ਕੋਈ ਆਉਂਦਾ ਹੈ, ਕੋਈ ਕੋਈ ਕਹਿ ਲਓ ਕਿ ਸਿਰ ਝੁਕਾਉਣ ਆ ਗਿਆ, ਨਤਮਸਤਕ ਹੋਣ ਆ ਗਿਆ, ਕੋਈ ਅਰਦਾਸ ਕਰਾਉਣ ਆ ਗਿਆ, ਤਾਂ ਉਹ ਇੱਕ ਉਹਦੀ ਮਾਨਤਾ ਹੋ ਸਕਦੀ ਹੈ। ਤੇ ਤੁਸੀਂ ਘੱਟੋ ਘੱਟ ਜੇ ਵਿਰੋਧ ਵੀ ਕਰਦਾ ਤਾਂ ਇੱਦਾਂ ਧੱਕਾ ਮੁੱਕੀ ਤੱਕ ਨੌਬਤ ਨਹੀਂ ਆਉਣੀ ਚਾਹੀਦੀ। ਮੇਰਾ ਤਾਂ ਇਹੋ ਮੰਨਣਾ ਹੈ। ਪਰ ਮੇਰਾ ਤਾਂ ਇਹ ਮੰਨਣਾ ਹੈ ਕਿ ਕਿਸੇ ਵੀ ਧਾਰਮਿਕ ਸਥਾਨ 'ਤੇ ਕੋਈ ਬੰਦਾ ਜਾਂਦਾ ਹੈ, ਜੋ ਕੋਈ ਸਿਆਸੀ ਗਤੀਵਿਧੀ ਨਹੀਂ ਕਰਦਾ, ਆਪਣਾ ਪਾਠ ਪੂਜਾ ਕਰਦਾ ਹੈ, ਆਪਣਾ ਜੋ ਵੀ ਉਹਦਾ ਸ਼ਰਧਾ ਦੇ ਮੁਤਾਬਕ ਰਹੁ ਰੀਤਾਂ, ਜੋ ਵੀ ਮਾਨਤਾ ਦਾ ਉਹਦਾ ਬਣਦਾ ਹੈ, ਉਹ ਕਰਕੇ ਆ ਰਿਹਾ, ਤਾਂ ਸਾਨੂੰ ਠੀਕ ਹੈ ਵਿਰੋਧ ਕਰਨ ਦਾ ਹੱਕ ਹੈ, ਪਾਸੇ ਕਰ ਦੇਣਾ ਚਾਹੀਦਾ। ਮੇਰਾ ਤਾਂ ਇਹੋ ਮੰਨਣਾ। ਅੱਗੇ ਤੁਹਾਨੂੰ ਪਤਾ ਦਰਬਾਰ ਸਾਹਿਬ ਦੇ ਵਿੱਚ ਜਦੋਂ ਕੰਗਣਾ ਰਣੌਤ ਆਈ ਸੀਗੀ ਜੀ, ਉਦੋਂ ਇੱਕ ਉਮੀਦ ਕੁਛ ਲੋਕਾਂ ਵੱਲੋਂ ਇਹੀ ਕੀਤੀ ਜਾ ਰਹੀ ਸੀ ਕਿ ਇਹਦਾ ਵਿਰੋਧ ਹੋਏਗਾ ਬਹੁਤ ਵੱਡੇ ਪੱਧਰ ਤੇ, ਔਰ ਉਸ ਗੱਲ ਨੂੰ ਉਠਾਇਆ ਜਾਏਗਾ ਗਲਤ ਤਰੀਕੇ ਨਾਲ। ਪਰੰਤੂ ਉੱਥੇ ਬਹੁਤ ਸਿਆਣਪ ਵਰਤੀ ਗਈ ਸੀ। ਇਹ ਸਿਆਣਪ ਜਿਹੜੀ ਹੈ ਨਾ, ਇਹ ਸੰਜਮ ਹੈ ਜਿਹੜਾ, ਉਹ ਹਰੇਕ ਥਾਂ ਤੇ ਵਰਤਣਾ ਪਏਗਾ। ਕਿਉਂ ਮੈਂ ਕਿਉਂ ਕਹਿ ਰਿਹਾ, ਦੇਖੋ ਗੱਲ ਅੰਦਰ ਦੀ ਹੁੰਦੀ ਆ, ਅੰਦਰ ਦੀ ਅਵਸਥਾ ਤੁਹਾਨੂੰ ਪਤਾ ਹੀ ਹੈ।
ਕਿਸੇ ਦੀ ਕੀ ਆ, ਕੋਈ ਉਹਦਾ ਸਰਟੀਫਿਕੇਟ ਨਹੀਂ ਮਿਲਦਾ। ਅੱਛਾ, ਅੰਦਰ ਕਿਸੇ ਦੇ ਕੀ ਚੱਲ ਰਿਹਾ ਅਸੀਂ ਨਹੀਂ ਰੀਡ ਕਰ ਸਕਦੇ, ਉਹਨੂੰ ਤੇ ਸੱਚਾ ਸਤਿਗੁਰ ਰੀਡ ਕਰ ਸਕਦਾ ਆ। ਤਾਂ ਕੋਈ ਵੀ ਬੰਦਾ ਇਹ ਤੇ ਕਲੇਮ ਕਰੇਗਾ ਨਾ ਕਿ ਮੈਂ ਤੇ ਭਾਈ ਸ਼ਰਧਾ ਦੇ ਮੁਤਾਬਕ ਉੱਥੇ ਗਿਆ ਤੇ ਮੇਰੇ ਨਾਲ ਆਓ, ਹੋ ਸਕਦਾ ਹੈ ਉਹ ਕਰਵਾਉਣ ਹੀ ਇਹੀ ਗਿਆ ਹੋਵੇ। ਕਿਉਂਕਿ ਜੇ ਤੁਸੀਂ ਦੇਖੋਗੇ ਯੂਪੀ ਵਾਲੇ ਦੁਖਾਂਤ ਤੋਂ ਬਾਅਦ ਮਾਮਲਾ ਫਿਰ ਹਿੰਦੂ ਸਿੱਖ ਦਾ ਬਣ ਜਾ ਰਿਹਾ। ਜੇ ਤੁਸੀਂ ਦੇਖੋਗੇ ਉਹਨਾਂ ਦੀਆਂ IT ਸੈੱਲ ਦੀਆਂ ਟੀਮਾਂ ਜਿੱਦਾਂ ਦਾ ਪ੍ਰਚਾਰ ਕਰ ਰਹੀਆਂ ਨੇ, ਜਿੱਦਾਂ ਦੇ ਉਹ ਸਵਾਲ ਕਰ ਰਹੇ ਨੇ, ਉੱਥੋਂ ਇਹੀ ਲੱਗਦਾ ਇਸ ਚੀਜ਼ ਦੇ ਵਿੱਚੋਂ ਹੁਣ ਇਹ ਫਾਇਦਾ ਗੇਨ ਕੀਤਾ ਜਾਵੇ ਕਿ ਇਲੈਕਸ਼ਨ ਤੋਂ ਪਹਿਲਾਂ ਇੱਥੇ ਹਿੰਦੂ ਸਿੱਖ ਦਾ ਮਸਲਾ ਜਿਹੜਾ ਉਭਾਰਿਆ ਜਾਵੇ। ਤਾਂ ਮੇਰੇ ਖਿਆਲ ਦੇ ਨਾਲ ਇਸ ਪੱਖ ਤੋਂ ਵੀ ਤੁਹਾਨੂੰ ਸਮਝ ਕੇ ਚੱਲਣਾ ਪਏਗਾ। ਜੀ ਜੀ ਜੀ। ਅਗਲੀ ਗੱਲ ਕਰੀਏ, ਸ਼ਿਲਾਂਗ ਵਿੱਚ ਸਿੱਖਾਂ ਤੇ ਫਿਰ ਲਟਕੀ ਉਜਾੜੇ ਦੀ ਤਲਵਾਰ। ਹਾਂਜੀ, ਦੇਖੋ ਇਹ ਜਿਹੜੇ ਸ਼ਿਲੌਂਗ ਦੇ ਸਿੱਖ ਨੇ ਮੇਰੇ ਖਿਆਲ ਦੇ ਨਾਲ 2-2.5 ਸਦੀਆਂ ਤੋਂ ਉੱਥੇ ਰਹਿ ਰਹੇ ਨੇ। ਕਾਫੀ ਜ਼ਿੰਦਗੀ ਦੇ ਵਿੱਚ ਉਥਲ ਪੁਥਲ ਯਾਦ ਹੋਣਾ ਤੁਹਾਨੂੰ 3 ਕੁ ਸਾਲ ਪਹਿਲਾਂ। ਉਸ ਟਾਈਮ ਕੀ ਹੋਇਆ ਸੀਗਾ ਕਿ ਵਾਇਲੈਂਸ ਵੀ ਹੋਈ ਉੱਥੇ, ਕੁਛ ਮੇਰੇ ਖਿਆਲ ਦੇ ਨਾਲ ਐਜਲਟੀ ਵੀ ਸੀਗੀ, ਅਨਤੋੜ ਵੀ ਹੋਈ। ਤਾਂ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਸੰਸਾਰ ਭਰ ਤੋਂ ਵੱਸਦੇ ਸਿੱਖਾਂ ਨੇ ਉਹਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ। ਉਹਦਾ ਨਤੀਜਾ ਇਹ ਨਿਕਲਿਆ ਸੀਗਾ ਕਿ ਉਹਨਾਂ ਨੂੰ ਉੱਥੋਂ ਜਿਹੜੀ ਸਰਕਾਰ ਉਠਾਉਣ ਤੇ ਪੂਰੀ ਪੱਬਾਂ ਭਾਰ ਨਿਕਲੀ ਪਈ ਸੀਗੀ, ਉਹਨੂੰ ਬੈਕਫੁੱਟ ਤੇ ਜਾਣਾ ਪਿਆ। ਅੱਛਾ, ਉੱਥੇ ਸ਼ਿਲਾਂਗ ਦੇ ਵਿੱਚ, ਮੇਘਾਲਿਆ ਦੇ ਵਿੱਚ ਇੱਕ ਨਾ ਏਰੀਆ, ਉੱਥੇ ਵੈਸੇ ਤਾਂ ਗਰੀਬ ਨੇ ਸਾਰੇ। ਉਹਨਾਂ ਟਾਈਮਾਂ ਦੇ ਵਿੱਚ ਅੰਗਰੇਜ਼ਾਂ ਨੂੰ, ਗੋਰਿਆਂ ਨੂੰ ਕੁਝ ਸਫਾਈ ਕਰਮਚਾਰੀ ਚਾਹੀਦੇ ਸਨ, ਤਾਂ ਇਸ ਕਰਕੇ ਇੱਥੋਂ ਪੰਜਾਬ 'ਚੋਂ ਕੁਛ ਪਰਿਵਾਰ ਉਹਨਾਂ ਨੇ ਖੜੇ ਤੇ ਉਹਨਾਂ ਦਾ ਵਸੇਬਾ ਕੀਤਾ। ਤੇ ਉਹ ਉਸ ਟਾਈਮ ਤੇ ਪੰਜਾਬੀ ਲੇਨ ਇਲਾਕਾ ਨੂੰ ਕਿਹਾ ਜਾਂਦਾ ਵਾ। ਉਸ ਟਾਈਮ ਉਹਨਾਂ ਸ਼ਾਇਦ ਡਿਵੈਲਪ ਨਹੀਂ ਹੋਏਗਾ, ਤਾਂ ਡਿਵੈਲਪ ਹੋਣ ਤੋਂ ਬਾਅਦ ਕੀ ਹੈ ਕਿ ਉਹਦੀ ਕੀਮਤ ਬਹੁਤ ਬਣ ਗਈ ਹੈ ਜਗ੍ਹਾ ਦੀ। ਐਕਚੁਅਲ 'ਚ ਆਹੀ ਕਾਰਨ ਆ। ਤਾਂ ਉਹਨਾਂ ਨੂੰ ਵਾਰ-ਵਾਰ ਉੱਥੋਂ ਉਠਾਉਣ ਦਾ ਯਤਨ ਕੀਤਾ ਜਾ ਰਿਹਾ, ਜਦਕਿ ਉਹ ਕਹਿ ਰਹੇ ਆ ਕਿ ਅਸੀਂ ਸਦੀਆਂ ਤੋਂ ਇੱਥੋਂ ਰਹਿ ਰਹੇ ਹਾਂ। ਔਰ ਖਾਸੀ ਹਿਲਸ ਦੇ ਜਿਹੜੇ ਉਸ ਸਮੇਂ ਦੇ ਕਹਿ ਲਓ ਕਿ ਸ਼ਾਸਕ ਸਨ ਜਾਂ ਮਾਲਕ ਸਨ, ਉਹਨਾਂ ਨੇ ਇਹਨਾਂ ਨੂੰ ਤੋਹਫੇ ਦੇ ਰੂਪ ਦੇ ਵਿੱਚ ਜਾਇਦਾਦ ਦਿੱਤੀ। ਕਹਿੰਦੇ ਕਿ ਅਸੀਂ ਛੱਡ ਕੇ ਕਿੱਥੇ ਚਲੇ ਜਾਈਏ ਦੱਸੋ। ਹਾਲਾਂਕਿ ਉਦੋਂ ਫਿਰ ਜਦੋਂ ਮਾਮਲਾ ਵਿਗੜਿਆ ਸੀਗਾ ਤਾਂ ਇਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਸੀਗੀ। ਤਾਂ ਉਸ ਕਮੇਟੀ ਨੇ ਹੁਣ ਰਿਪੋਰਟ ਦਿੱਤੀ ਹੈ, ਤਾਂ ਉਹਨੇ ਵੀ ਇਹੋ ਹੀ ਕਿਹਾ ਇਹਨਾਂ ਨੂੰ ਉਠਾ ਦੇਣਾ ਚਾਹੀਦਾ। ਹਾਂ, ਇਹਨਾਂ ਦਾ ਜਿਹੜਾ ਬਦਲਵਾਂ ਵਸੇਬੇ ਵਾਲਾ ਥਾਂ ਆ ਉਹ ਪਹਿਲਾਂ ਬਣਾ ਦੇਣਾ ਚਾਹੀਦਾ, ਮਤਲਬ ਕਿ ਪਹੁੰਚੋ ਕਿ ਗੱਲ ਉੱਥੇ ਆ ਗਈ ਆ। ਸੋ ਹੁਣ ਫਿਰ ਇੱਕ ਵਾਰੀ ਟੇਕ ਜਿਹੜੀ ਆ ਉਹ ਸਿੱਖ ਭਾਈਚਾਰੇ ਤੇ ਹੀ ਆ ਕਿ ਇਹਨਾਂ ਵਾਸਤੇ ਆਵਾਜ਼ ਫਿਰ ਤੋਂ ਬੁਲੰਦ ਕੀਤੀ ਜਾਵੇ। ਹਾਲਾਂਕਿ ਅੱਜ ਸੁਖਜਿੰਦਰ ਸਿੰਘ ਰੰਧਾਵਾ ਬੋਲੇ ਨੇ, ਮੇਰੇ ਖਿਆਲ ਦੇ ਨਾਲ ਉਹਨਾਂ ਨੇ ਉੱਥੋਂ ਦੀ ਸਰਕਾਰ ਦੇ ਨਾਲ ਗੱਲਬਾਤ ਵੀ ਚਲਾਈ ਆ। ਤਾਂ ਸਾਰਿਆਂ ਨੂੰ ਬੋਲਣਾ ਪਵੇਗਾ, ਦਬਾਅ ਬਣਾਉਣਾ ਪਵੇਗਾ, ਅਦਰਵਾਈਜ਼ ਉਸ ਜਗ੍ਹਾ ਤੋਂ ਇਹਨਾਂ ਨੂੰ ਉਠਾਉਣ ਦਾ, ਕਿਉਂਕਿ ਕਮੇਟੀ ਦਾ ਇੱਕ ਉਹਨਾਂ ਦੇ ਕੋਲ ਤਰਕ ਬਣ ਜਾਏਗਾ ਕਿ ਸਾਡੇ ਕੋਲ ਤਾਂ ਦੇਖੋ ਜੀ ਕਮੇਟੀ ਦੀ ਵੀ ਰਿਪੋਰਟ ਹੈ। ਕਮੇਟੀ ਨੇ ਵੀ ਇਹੋ ਸਿਫਾਰਿਸ਼ ਕੀਤੀ ਆ ਕਿ ਇਹਨਾਂ ਨੂੰ ਬਦਲਵੇਂ ਜਗ੍ਹਾ ਤੇ ਵਸੇਬਾ ਕਰਵਾ ਕੇ ਇੱਥੋਂ ਉਠਾ ਦਿੱਤਾ ਜਾਵੇ। ਸੋ ਉਹਨਾਂ ਵਾਸਤੇ ਇਸ ਵੇਲੇ ਕਹਿ ਲਓ ਕਿ ਹਾਲਾਤ ਜਿਹੜੇ ਆ ਉਹ ਅਣਸੁਖਾਵੇਂ ਆ, ਬਿਲਕੁਲ ਉਲਟ ਦਿਸ਼ਾ ਵਾਲੇ ਆ। ਤਾਂ ਉਹ ਜ਼ਾਹਰਾ ਜੀ ਗੱਲ ਆ ਕਿ ਪੰਜਾਬ ਦੇ ਸਿੱਖਾਂ ਤੋਂ ਬਹੁਤ ਉਮੀਦ ਰਹੇਗੀ। ਜੀ ਜੀ। ਸੋਨਾ ਤਸਕਰੀ ਮਾਮਲੇ ਵਿੱਚ ਮੁੱਖ ਮੰਤਰੀ ਦਾ ਨਾਂ ਲੈਣ ਦਾ ਪਾਇਆ ਸੀ ਦਬਾਅ। ਹਾਂਜੀ, ਦੇਖੋ ਇਹ ਜਿਹੜਾ ਸੋਨਾ ਤਸਕਰੀ ਵਾਲਾ, ਮੈਂ ਥੋੜਾ ਜਿਹਾ ਤੁਹਾਨੂੰ ਨਾ ਇਹਦੇ ਬੈਕਗਰਾਉਂਡ 'ਚ ਲੈ ਜਾਣਾ ਤਾਂ ਕਿ ਗੱਲ ਸਮਝਣ ਦੇ ਵਿੱਚ ਕੋਈ ਅੜਿੱਕਾ ਨਾ ਰਹੇ। ਅਸਲ 'ਚ ਕੀ ਹੋਇਆ ਸੀ ਕਿ 2020 ਦੇ ਵਿੱਚ ਨਾ ਇੱਕ ਮਾਮਲਾ ਆਇਆ ਸੀ ਸਾਹਮਣੇ ਕਿ 25-30 ਕਿਲੋ ਸੋਨਾ ਜਿਹੜਾ ਉਹ ਕੇਰਲ ਦੇ ਵਿੱਚੋਂ ਬਰਾਮਦ ਹੋਇਆ ਸੀਗਾ, ਜਿਹੜਾ ਕਿ ਇੱਕ ਡਿਪਲੋਮੈਟਿਕ ਫਲੈਗ ਜਿਹਨੂੰ ਕਹਿ ਦਿੰਦੇ ਆ ਉਹਦੇ ਵਿੱਚ ਸੀਗਾ। ਤੇ ਉਹ ਹੋਣਾ ਹੋਇਆ ਕਿ ਚਲੋ ਜਦੋਂ ਫੜਿਆ ਗਿਆ, ਉਹਦੇ ਵਿੱਚ ਇੱਕ ਅਫਸਰਨੀ ਸੀਗੀ ਜਿਹੜੀ ਉਹ ਕਾਬੂ ਆ ਗਈ। ਉਹਨੇ ਨਾਂ ਲਿਆ ਸੀਗਾ ਉਸ ਸਮੇਂ ਮਤਲਬ ਕਿ CM ਦਾ, ਸਭ ਤੋਂ ਪਹਿਲਾਂ ਤੇ ਜਿਹੜੀ ਇਹ ਗੱਲ ਹੈਗੀ ਆ ਨਾ ਉਸ ਵੇਲੇ ਦੀ। ਤਾਂ ਉਦੋਂ ਬਹੁਤ ਵੱਡਾ ਭੁਚਾਲ ਆ ਗਿਆ ਸੀ ਤਸਕਰੀ ਦੇ ਵਿੱਚੋਂ। ਜਿਹੜੀ ਸ਼ਾਇਦ ਉਹਦਾ ਨਾਂ ਸੀ ਸਪਨਾ ਸੁਰੇਸ਼, ਕੁਛ ਐਸਾ ਨਾਮ ਸੀ, ਮੈਨੂੰ ਯਾਦ ਹੈ। ਤੇ ਉਹਨੇ ਪਿਨਰਾਈ ਵਿਜੈਨ ਤੇ ਦੋਸ਼ ਲਾਇਆ ਸੀਗਾ ਕਿ ਅਸਲ ਦੇ ਵਿੱਚ ਇਹ ਜਿਹੜੀ ਤਸਕਰੀ ਹੈ CM ਦੇ ਇਸ਼ਾਰੇ ਦੀ ਹੋਣੀ। ਤਾਂ ਚਲੋ
उस टाइम काफी हा हल्ला होया, मामला एक बारी दब गया, जांच पड़ताल चलती रही, ਉਹਦੇ ਚ ईडी ने तो इन्वॉल्व होना ही सी, ਤੁਹਾਨੂੰ पता ही है, क्योंकि ईडी इंटरनेशनल ਮਾਮਲਿਆਂ ਦੇ ਵਿੱਚ ਇਨਵੋਲਵ ਹੋ ਜਾਂਦੀ ਹੈ। ਤਾਂ ਇਸੇ ਹੀ ਇੱਕ ਸਿਲਸਿਲੇ ਦੇ ਵਿੱਚ ਬੰਦਾ ਹੋਰ ਨਾਮਜ਼ਦ ਹੋਇਆ ਸੀ, ਗ੍ਰਿਫਤਾਰ ਹੋਇਆ ਸੀ, ਉਹ ਸੀ ਸੰਦੀਪ ਨਾਇਰ। हम्म। संदीप नायर ने बकायदा प्रेस कॉन्फ्रेंस करके कहा कि ईडी ने ਉਹਦੇ ਤੇ ਦਬਾਅ ਪਾਇਆ ਸੀਗਾ ਕਿ ਤੂੰ ਮੁੱਖ ਮੰਤਰੀ ਪਿਨਾਰਾਈ ਵਿਜयन ਦਾ ਨਾਮ ਲੈ। ਸਾਬਕਾ ਮੰਤਰੀ केटी जलील ਤੇ ਇੱਕ ਸ਼ਾਇਦ ਸ਼੍ਰੀ ਰਾਮ ਕ੍ਰਿਸ਼ਨ, ਇਹਨਾਂ ਦਾ ਮਤਲਬ ਕਿ ਤੂੰ ਨਾਂ ਲੈ। ਇਹਦੇ ਵਾਸਤੇ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਗਿਆ। ਤਾਂ ਇਹ ਮਾਮਲਾ ਹੁਣ ਦੂਸਰੇ ਪਾਸੇ ਨੂੰ ਜਾ ਰਿਹਾ ਵਾ। ਤੇ ਇਹਦੇ ਚੋਂ ਹੁਣ ਫਿਰ ਦੇਖੋ, ਗੱਲ ਤੇ ਇਹੋ ਆ ਕਿ ਸ਼ੱਕ ਪਹਿਲੀ ਸਟੇਟਮੈਂਟ ਤੇ ਵੀ ਜਾਏਗਾ ਕਿ ਜਿਹੜੀ ਉਹ ਬੀਬੀ ਦੀ ਸਟੇਟਮੈਂਟ ਆ ਕਿ ਉਹ ਵੀ ਤਾਂ ਕਿਤੇ ਅੰਡਰ ਪ੍ਰੈਸ਼ਰ ਨਹੀਂ ਹੈ। ਔਰ ਇਹ ਤੇ ਸਾਫ਼ ਹੈ ਨਾ ਕਿ ਉਸ ਟਾਈਮ ਇਲੈਕਸ਼ਨ ਹੈ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰਾ ਸਿਰੇ ਤੇ ਆਇਆ ਪਿਆ ਸੀਗਾ। ਇਲੈਕਸ਼ਨ ਤੋਂ ਪਹਿਲਾਂ ਇਹ ਸਭ ਭੁਚਾਲ ਆਇਆ ਕੇਰਲ ਦੇ ਵਿੱਚ। ਤਾਂ ਇਹ ਚੀਜ਼ ਜਿਹੜੀ ਆ ਉਹ ਦੇਖਣੀ ਪਵੇਗੀ ਇਸ ਪੱਖ ਤੋਂ ਕਿ ਸੱਚਮੁੱਚ ਤਸਕਰੀ ਜਿਹੜੀ ਆ ਉਹ ਹੋ ਰਹੀ ਸੀ ਕਿ ਤਸਕਰੀ ਦਾ ਪਰਪੰਚ ਹੀ ਰਚਿਆ ਗਿਆ। ਕਿਉਂਕਿ ਜੋ ਮਤਲਬ ਕਿ ਯੂਏ ਤੋਂ ਆਉਂਦਾ ਨਾ ਜਿਹੜਾ ਮਤਲਬ ਕਿ ਸਮਾਨ ਵਗੈਰਾ, ਜਿਹੜਾ ਡਿਪਲੋਮੈਟਿਕ ਲੋਕ ਹੁੰਦੇ ਆ, ਉਹਦੀ ਤੁਹਾਨੂੰ ਪਤਾ ਤਲਾਸ਼ੀ ਘੱਟ ਲਈ ਜਾਂਦੀ ਆ। ਤਾਂ ਉਹ ਜਿਹੜਾ ਸੋਨਾ ਰੱਖਿਆ ਗਿਆ, ਠੀਕ ਹੈ, ਇੰਨਾ ਸੋਨਾ ਇੱਧਰੋਂ ਉੱਧਰੋਂ ਤੇ ਨਹੀਂ ਆ ਸਕਦਾ, ਉਹ ਕਿਹਨੇ ਰੱਖਿਆ, ਇੱਕ ਵੱਡਾ ਸਵਾਲ ਹੈ। ਹੋ ਸਕਦਾ ਤਸਕਰੀ ਹੋ ਵੀ ਰਹੀ ਹੋਵੇ, ਪਰ ਮੇਰਾ ਇੱਕ ਸਵਾਲ ਹੈ ਜਿਹੜਾ ਉਹ ਇਹੋ ਆ ਕਿ ਕਿਤੇ ਇਸੇ ਚੀਜ਼ ਵਾਸਤੇ ਤਾਂ ਨਹੀਂ ਕਿ ਉਸ ਵੇਲੇ ਇਲੈਕਸ਼ਨ 'ਚ ਲਾਹਾ ਲੈਣ ਦੀ ਇਹ ਸਾਰੀਆਂ ਚੀਜ਼ਾਂ ਪਲਾਨ ਕੀਤੀਆਂ ਗਈਆਂ ਹੋਣ। ਕਿਉਂਕਿ ਜੇ ਇੱਕ ਜਿਹੜਾ ਦੋਸ਼ੀ ਹੈ ਉਹ ਬਾਹਰ ਆ ਕੇ ਗੱਲ ਕਹਿੰਦਾ ਕਿ ਮੈਨੂੰ ਭਾਈ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਗਿਆ, ਤਾਂ ਦੂਸਰਾ ਦੋਸ਼ੀ ਜਿਹੜਾ ਉਹ ਖੁਸ਼ੀ ਨਾਲ ਇਸ ਚੀਜ਼ ਨੂੰ ਦੱਸ ਰਿਹਾ, ਤਾਂ ਉਹਦੇ ਤੇ ਸਵਾਲ ਤੇ ਹੋਣਗੇ ਨਾ। ਤੇ ਜਦੋਂ ਸਵਾਲ ਹੋਣਗੇ ਤਾਂ ਇਹ ਸਵਾਲ ਵੀ ਹੋਏਗਾ ਕਿ ਭਾਈ ਇਹ ਮਾਮਲਾ ਜਿਹੜਾ ਠੀਕ ਹੈ ਸੋਨੇ ਤੱਕ ਹੋ ਸਕਦਾ ਸੱਚ ਹੋਵੇ, ਪਰ ਉਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਪਲਾਨ ਕੀਤੀਆਂ ਗਈਆਂ ਕੀ ਇਹ ਦੁਰਸਤ ਨੇ। ਔਰ ਜੇ ਤੁਸੀਂ ਇਸ ਚੀਜ਼ ਨੂੰ ਲਾਈਟਲੀ ਲਓ ਤਾਂ ਮੇਰੇ ਖਿਆਲ ਦੇ ਨਾਲ ਆਪਾਂ ਵੀ ਕਿਸੇ ਭੁਲੇਖੇ ਦਾ ਸ਼ਿਕਾਰ ਆ, ਕਿਉਂਕਿ ਇਹ ਚੀਜ਼ ਇਸ ਪੱਖ ਤੋਂ ਲੈਣ ਵਾਲੀ ਆ ਕਿ ਕਿਸੇ ਜੇ ਚੀਫ ਮਿਨਿਸਟਰ ਦੇ ਨਾਲ ਇਸ ਤਰ੍ਹਾਂ ਹੋ ਸਕਦਾ ਹੈ, ਤਾਂ ਫਿਰ ਆ ਜਿਹੜੇ ਲੈਫਟਿਸਟ ਵਿਚਾਰਧਾਰਾ ਵਾਲੇ ਨੇ ਜਾਂ ਜਿਹੜੇ ਹੋਰ ਅਕਲੀਅਤ ਘੱਟ ਗਿਣਤੀਆਂ ਦੇ ਬੰਦੇ ਆ, ਕਿ ਉਹਨਾਂ ਦੇ ਨਾਲ ਇਹ ਗੇਮਾਂ ਨਾ ਲੱਗਦੀਆਂ ਹੁੰਦੀਆਂ। ਬਹੁਤ ਵੱਡਾ ਸਵਾਲ ਹੈ ਕਿ ਇੱਕ ਚੀਫ ਮਿਨਿਸਟਰ ਦੇ ਨਾਲ ਜੇ ਗੇਮ ਲੱਗ ਸਕਦੀ ਹੈ ਤਾਂ ਦੂਸਰੇ ਕਿਸ ਬਾਗ ਦੀ ਗਾਜਰ ਮੂਲੀ ਹੈ। ਵਾਕਿਆ ਜੀ, ਇਹ ਤਾਂ ਹੈ। ਅਗਲੀ ਗੱਲ ਕਰੀਏ ਛੁੱਟੀ ਲਈ ਅਫਸਰਾਂ ਦਰਮਿਆਨ ਮਹਾਭਾਰਤ ਦੇ ਅੰਦਾਜ਼ ਦੇ ਵਿੱਚ ਹੋਈ ਜੀ ਚੈਟ, ਕੀ ਬਣਿਆ ਜੀ ਇਹ? ਹਾਂ, ਇਹ ਚੈਟ ਕਾਫੀ ਵਾਇਰਲ ਹੋ ਰਹੀ ਆ, ਲੋਕ ਨਾ ਮਨੋਰੰਜਨ ਦੇ ਤੌਰ ਤੇ ਲੈ ਰਹੇ ਆ। ਦੇਖੋ, ਗੱਲ ਇਹ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਮਾਲਵਾ ਜ਼ਿਲ੍ਹੇ 'ਚ ਐਤਵਾਰ ਦੀ ਛੁੱਟੀ ਵਾਸਤੇ ਜਿਹੜਾ ਮਨਰੇਗਾ ਦਾ ਇੰਜੀਨੀਅਰ ਸੀਗਾ, ਉਹਨੇ ਆਪਣੇ ਆਲਾ ਅਧਿਕਾਰੀ ਨੂੰ ਇੱਕ ਅਜੀਬੋ ਗਰੀਬ ਜਿਹਾ ਖੱਤ ਲਿਖਿਆ। ਉਹਨੇ ਲਿਖਿਆ ਕਿ ਮਤਲਬ ਕਿ ਪਿਛਲੇ ਜਨਮ ਦਾ ਮੈਨੂੰ ਆਭਾਸ ਹੋਇਆ ਕਿ ਹੈਦਰਾਬਾਦ ਦਾ ਜਿਹੜਾ ਸੰਸਦ ਮੈਂਬਰ ਹੈ ਅਸਦੁਦੀਨ ਅਵੈਸੀ, ਉਹ ਪਿਛਲੇ ਜਨਮ ਦਾ ਸਖਾ ਨਕੁਲ ਸੀਗਾ, ਤੇ ਜਿਹੜਾ RSS ਵਾਲਾ ਹੈ ਮੋਹਨ ਭਾਗਵਤ, ਉਹ ਸ਼ਕੁਨੀ ਮਾਮਾ ਇੰਜੀਨੀਅਰ ਨੇ ਕੁਛ ਇਸ ਤਰ੍ਹਾਂ ਦਾ ਪੱਤਰ ਲਿਖਿਆ ਤੇ ਆਫੀਸ਼ੀਅਲ ਗਰੁੱਪ ਦੇ ਵਿੱਚ ਪਾ ਦਿੱਤਾ। ਤੇ ਉਹ ਕਹਿੰਦਾ ਕਿ ਮੈਂ ਜੀ ਆਪਦੇ ਹੰਕਾਰ ਦਾ ਨਾ ਨਾਸ਼ ਕਰਨਾ ਵਾ ਕਿ ਮੈਨੂੰ ਐਤਵਾਰ ਦਾ ਅਵਕਾਸ਼ ਦੇ, ਮਤਲਬ ਕਿ ਛੁੱਟੀ ਦੇ। तो वो लिख रहा है, कहना रविवार को वह जनपद के किसी भी कार्य में उपस्थित नहीं हो पाएंगे क्योंकि उन्हें कुछ दिनों पहले आभास हुआ है कि आत्मा अमर होती है। देखो शब्द के तो लब के ले आ रहा, साथ ही पिछले जन्म का भी आभास हुआ। सांसद और वैसी उनके पिछले जन्म के सखा नकुल थे और मोहन भागवत शकुनी मामा, इसलिए अपने जीवन को जानने के लिए गीता पाठ करना चाहता हूँ। अपने अंदर के अहंकार को मिटाने के लिए घर घर जाकर भीख मांगूंगा, क्योंकि ये अपनी आत्मा का सवाल है, इसलिए उन्हें इसलिए मुझे रविवार का अवकाश। खैर अगो जो CEO सीगा उन्हां दा वो भी चंद्रा ही सीगा, उन्हें भी अगों फिर उस अंदाज दे विच
ਜਵਾਬ ਲਿਖਦੇ ਤਾਂ ਉਹ ਵੀ ਮੈਂ ਪੜ੍ਹ ਕੇ ਸੁਣਾ ਦਿੰਦਾ ਹਿੰਦੀ ਤੇ ਚੈਟ ਦੇ ਵਿੱਚ ਜੋ ਲਿਖਿਆ। ਹਿੰਦੀ ਥੋੜੀ ਜਿਹੀ ਆਉਂਦੀ ਹੈ। ਉਹ ਕਹਿੰਦਾ, प्रिय यंत्री प्रिय यंत्री, आप अपना अहंकार मिटाना चाहते हैं, ये बहुत प्रसन्नता का विषय है। इसमें हमारा अकिंचन संयोग भी साधक हो सकता है। ये विचार ही मन में हर्ष उत्पन्न करता है। व्यक्ति प्राय अहंकार से वशीभूत होकर ये सोचता है कि वे अपने रविवार को अपनी इच्छा से बिता सकता है। इस अहंकार को इसके बीज रूप में नष्ट करना आपकी उन्नति के लिए अपरिहार्य है। अतः आपकी आत्मिक उन्नति की अभिलाषा को दृष्टिगत रखते हुए आपको आदेशित किया जाता है कि आप प्रत्येक रविवार कार्यालय में उपस्थित रहकर कार्य करें, जिससे रविवार को अवकाश मनाने के आपके अहंकार का नाश हो सके। धन्यवाद। तो देख लो कि किस तरह की सैर चल रही है। वो कहता कि मैं गीता पाठ करना है ते मैनू छुट्टी दी जाए। मैं पिछले जन्म का आभास कर रही हाँ कि मैनू एहसास हो रहा पिछले जन्म च मैं आ सी फलाना मेरा आ सीगा। ते वो भी अगों चिन चिन के डायलॉग लिख रहा कि जे अहंकार ही तोड़ना तो ऐतवार दफ्तर च आ जा कर, ते इस तरह ही काम करता रहे, तेरा अहंकार घुटता रहे। ਦੇਖ ਲਓ ਹਾਲ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਮਾੜਾ ਜਿਹਾ ਕੋਲੇ ਦੀ ਕਾਫੀ ਜਿਹੜੀ ਜਿੱਦਾਂ ਤੁਸੀਂ ਬਿਜਲੀ ਹੁਣ ਫ੍ਰੀ ਤੁਸੀਂ ਦੱਸਦੇ ਆ ਵੀ ਸਥਿਤੀ ਕੀ ਆ, ਕੋਈ ਸੁਧਰਨ ਦੇ ਆਸਾਰ ਹੈਗੇ ਆ ਕਿ ਨਹੀਂ, ਇਹ ਕੰਮ ਖਤਮ ਹੀ ਆ? ਦੇਖੋ, ਇਹਨਾਂ ਨੇ ਕਿਹਾ ਵਾ, ਕਹਿੰਦੇ ਆ ਜੀ ਕਿ ਅਸੀਂ 2-4 ਦਿਨ ਦੇ ਵਿੱਚ ਸਥਿਤੀ ਨੂੰ ਸੁਧਾਰ ਲਵਾਂਗੇ। ਪਰ ਕਿਵੇਂ ਸੁਧਾਰਦੇ ਆ, ਇੱਕ ਵੱਡਾ ਚੈਲੰਜ ਰਹੇਗਾ। ਕਿਉਂਕਿ ਹਾਲ ਦੀ ਘੜੀ ਜੇ ਤੁਸੀਂ ਦੇਖੋਗੇ ਤਾਂ ਪੰਜਾਬ ਤੋਂ ਲੈ ਕੇ ਜਿਹੜੇ ਦੂਸਰੇ ਹੋਰ ਰਾਜ ਨੇ, ਪ੍ਰਦੇਸ਼ ਨੇ, ਸਾਰੇ ਹੀ ਇਸ ਸੰਕਟ ਨਾਲ ਜੂਝ ਰਹੇ ਆ। ਇਹਨਾਂ ਨੇ ਹੁਣ ਕਿਹਾ ਕਿ 2-3 ਦਿਨ ਦੇ ਵਿੱਚ ਸਾਰਾ ਕੁਝ ਠੀਕ ਹੋ ਜਾਊਗਾ। ਸਮਝ ਨਹੀਂ ਆ ਰਹੀ। ਇਹ ਤਾਂ ਕਹਿ ਰਹੇ ਆ ਕਿ ਕੋਲੇ ਦਾ ਸਾਡੇ ਕੋਲ ਕੋਈ ਘਾਟ ਵਾਲਾ ਮਾਮਲਾ ਹੀ ਹੈ ਨਹੀਂਗਾ, ਜਦਕਿ ਸਟੇਟਾਂ ਜਿਹੜੀਆਂ ਰੋਈ ਜਾਂਦੀਆਂ। ਜੀ ਜੀ, ਸਥਿਤੀ ਤਾਂ ਪਤਾ ਨਹੀਂ ਕੀ ਜਿਹੜੀ ਉਹ ਬਣਨੀ ਆ। ਤੇ ਮਿੰਟੂ ਜੀ, ਸ਼ੁਕਰੀਆ, ਧੰਨਵਾਦ, ਤੇ ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਜੀ ਦੱਸੋ, ਤੇ ਉੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।